NRI ਵਿੰਗ ਇੱਕ ਸਪੈਸ਼ਲ ਵਿੰਗ ਬਣਾਇਆ ਗਿਆ ਸੀਗਾ। ਇਹਦੇ 'ਚ ਇਹ ਕੋਈ ਨਹੀਂ ਹੈਗਾ ਵੀ ਇਹ ਸਿਰਫ NRI ਦੀਆਂ ਹੀ ਉਹ ਦੇਖਦਾ, ਇਹ ਸਾਰਿਆਂ ਦੀਆਂ ਸਮੱਸਿਆਵਾਂ ਦੇਖਦਾ ਹੈਗਾ। 19 ਦੇ ਫੈਬਰਵਰੀ 'ਚ ਜਦੋਂ ਮੈਂ ਇੱਥੇ ਜੁਆਇਨ ਕੀਤਾ ਉਦੋਂ ਸਾਂਝ ਵਿੰਗ ਇੱਥੋਂ ਅਲੱਗ ਕਰ ਦਿੱਤਾ ਗਿਆ। ਹੁਣ ਸਾਡੇ ਕੋਲ ਸਿਰਫ NRI ਵਿੰਗ ਹੈਗਾ। ਜਦੋਂ ਅਸੀਂ ਇਹ ਸ਼ੁਰੂ ਕੀਤਾ ਸੀ ਵਿੰਗ ਕੋਈ 850 ਬੰਦਾ ਸੀਗਾ, ਹੁਣ ਸਾਡੇ ਕੋਲ ਬੰਦਾ ਹੀ 100 ਦੇ ਕਰੀਬ ਆ। ਇੱਕੋਦਮ ਇਹ ਕੇਸ ਵਧਣ ਦਾ ਕਾਰਨ ਕੀ ਰਿਹਾ? ਕਿਉਂਕਿ ਲਵਪ੍ਰੀਤ ਦਾ ਜਾਂ ਕੇਸ ਆਉਂਦਾ ਉਸ ਤੋਂ ਬਾਅਦ ਇੱਕੋਦਮ ਹੀ ਇਹ ਡਿਟੇਲ ਜਿਹੜੀ ਇਹ ਵੱਧ ਗਈ ਹੈ ਕਿ ਪਹਿਲਾਂ ਵੀ ਜ਼ਿਆਦਾ ਹੈਗੀ ਸੀ, ਕਿਤੇ ਨਜ਼ਰ ਨਹੀਂ ਆ ਰਹੀ। ਸਰ ਇੱਥੇ ਤਾਂ ਤੁਸੀਂ ਡੀਲ ਕਰ ਲੈਂਦੇ ਆ, ਪਰ ਬਾਹਰਲੀ ਗੌਰਮੈਂਟ ਨਾਲ ਫਿਰ ਕਿਵੇਂ ਡੀਲ ਕਰਦੇ ਹੋ ਕਿ ਜਿਹੜਾ ਧੋਖਾਧੜੀ ਦਾ ਸ਼ਿਕਾਰ ਹੋਇਆ ਕੋਈ ਜਾਂ ਕੋਈ ਬੰਦਾ ਉੱਧਰ ਵਿਅਕਤੀ ਉੱਥੇ ਹੈਗਾ ਉੱਤੇ ਕਾਰਵਾਈ ਕੀਤੀ ਜਾ ਸਕਦੀ? ਔਰ ਸਾਡੇ ਜਿਹੜੀ ਫੀਲਡ ਦੇ ਵਿੱਚ ਫੁੱਟਪ੍ਰਿੰਟ ਹੈਗਾ ਜਾਂ ਸਾਡੇ ਆਊਟਰੀਚ ਸੈਂਟਰ ਨੇ, ਉਹ ਸਿਰਫ ਸਾਡੇ ਪੁਲਿਸ ਸਟੇਸ਼ਨ ਹੈਗੇ ਨੇ ਕਿ ਉਹ ਈਮੇਲ ਦੇ ਤਹਿਤ ਸਾਨੂੰ ਕੰਪਲੇਂਟ ਕਰ ਸਕਦੇ ਨੇ। ਜਦੋਂ ਉਹਨਾਂ ਦੀ ਕੋਈ ਈਮੇਲ ਆਉਂਦੀ ਹੈ ਉਹਦੇ 'ਤੇ ਅਸੀਂ ਆਟੋ ਜਨਰੇਟ ਕਰਦੇ ਹਾਂ ਕਿ UID। ਸਰਕਾਰਾਂ ਦਾ ਇਹ ਕੰਮ ਹੁੰਦਾ ਕਿ ਉਹ ਆਪਣੀਆਂ ਪਾਲਿਸੀਜ਼ ਉਸ ਤਰ੍ਹਾਂ ਬਣਾਉਣ ਕਿ ਉਹਨਾਂ ਨੂੰ ਆਪਣੇ ਐਸਪੀਰੇਸ਼ਨ ਮੀਟ ਕਰਨ ਦਾ ਮੌਕਾ ਮਿਲ ਸਕੇ। ਪੰਜਾਬ ਸਰਕਾਰ ਨੇ ਵੀ ਇਸ ਪੇਪਰ ਮੈਰਿਜ ਦੀ ਜਗ੍ਹਾ 'ਤੇ ਉਹਨਾਂ ਨੇ ਉਪਰਾਲਾ ਕੀਤਾ ਹੈਗਾ ਅਤੇ ਆਪਣੇ ਫੋਰਨ ਸਟੱਡੀ ਐਂਡ ਪਲੇਸਮੈਂਟ ਸੈੱਲ ਖੋਲ੍ਹਿਆ, ਜਿਹੜੀ ਘਰ ਘਰ ਰੋਜ਼ਗਾਰ ਯੋਜਨਾ ਹੈਗੀ ਆ, ਉਹਦੇ ਤਹਿਤ ਫੋਰਨ ਸਟੱਡੀ ਐਂਡ ਪਲੇਸਮੈਂਟ ਸੈੱਲ ਪੰਜਾਬ ਸਰਕਾਰ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਐਸੋਸੀਏਸ਼ਨ ਦੇ ਨਾਲ ਖੋਲ੍ਹਿਆ, ਜਿੱਥੇ ਕਿ ਬੱਚਿਆਂ ਦੀ ਕਾਉਂਸਲਿੰਗ ਕੀਤੀ ਜਾਂਦੀ ਆ। ਸਤਿ ਸ਼੍ਰੀ ਅਕਾਲ ਜੀ। ਸਟਾਰ ਕੈਨੇਡਾ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਸਪ੍ਰੀਤ ਸਿੰਘ ਅਸ਼ਕ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼। ਤੁਹਾਨੂੰ ਪਤਾ ਕਿ ਇਹਨਾਂ ਦਿਨੀ ਪੰਜਾਬ ਦੇ ਵਿੱਚ NRI ਧੋਖੇਧੜੀ ਨੂੰ ਲੈ ਕੇ ਬਹੁਤ ਸਾਰੇ ਨਵੇਂ ਕੇਸ ਸਾਹਮਣੇ ਆ ਰਹੇ ਨੇ। ਆਖਿਰਕਾਰ ਇਹਨਾਂ ਦੇ ਵਧਣ ਦਾ ਕਾਰਨ ਕੀ ਆ ਅਤੇ ਫਿਰ ਕਿਹੜਾ ਲਾਅ ਇਹਨਾਂ ਉੱਤੇ ਲਾਗੂ ਹੁੰਦਾ ਹੈ ਅਤੇ ਜਿਹੜਾ NRI ਵਿੰਗ ਪੰਜਾਬ ਬਣਿਆ ਹੋਇਆ ਉਹਦਾ ਕੀ ਰੋਲ ਰਹਿੰਦਾ? ਇਹ ਸਾਰੇ ਜਿਹੜੇ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਖੁਦ ADGP NRI ਵਿੰਗ AS ਰਾਏ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਇੱਕੋਦਮ ਇਹ ਕੇਸ ਵਧਣ ਦਾ ਕਾਰਨ ਕੀ ਰਿਹਾ? ਕਿਉਂਕਿ ਲਵਪ੍ਰੀਤ ਦਾ ਜਾਂ ਕੇਸ ਆਉਂਦਾ ਉਸ ਤੋਂ ਬਾਅਦ ਇੱਕੋਦਮ ਹੀ ਇਹ ਡਿਟੇਲ ਜਿਹੜੀ ਇਹ ਵੱਧ ਗਈ ਹੈ ਕਿ ਪਹਿਲਾਂ ਵੀ ਜ਼ਿਆਦਾ ਹੈਗੀ ਸੀ, ਕਿਤੇ ਨਜ਼ਰ ਨਹੀਂ ਆ ਰਹੀ? ਮੇਰਾ ਖਿਆਲ ਜਿਹੜੇ ਇਹ ਤੁਸੀਂ ਗੱਲ ਕਰ ਰਹੇ ਹੋ ਲਵਪ੍ਰੀਤ ਅਤੇ ਬੇਅੰਤ ਕੌਰ ਬਾਰੇ ਕੇਸ ਦੇ ਬਾਰੇ, ਇਹ ਰੁਝਾਨ ਥੋੜ੍ਹੇ ਕੁਛ ਸਾਲਾਂ ਤੋਂ ਸ਼ੁਰੂ ਹੋਇਆ ਸੀਗਾ ਔਰ ਕੁਛ ਇਹਦਾ ਵਧਣ ਦਾ ਕਾਰਨ ਇਹ ਵੀ ਹੋ ਸਕਦਾ ਵੀ ਜਿਹੜੇ ਕੋਵਿਡ ਦੇ ਕਾਰਨ ਕੁਛ ਰਿਸਟ੍ਰਿਕਸ਼ਨਸ ਇਨ ਪਲੇਸ ਹੋ ਗਈਆਂ। ਜਿਹੜੇ ਕਿ ਪਹਿਲਾਂ ਠੀਕ ਚੱਲ ਰਿਹਾ ਸੀਗਾ, ਉਹ ਰਿਸਟ੍ਰਿਕਸ਼ਨ ਪਲੇਸ ਹੋਣ ਕਾਰਨ ਮੇਬੀ ਇਹ ਜ਼ਿਆਦਾ ਵੱਧ ਗਿਆ। ਪਰ ਮੈਂ ਆਪਣੇ ਬੰਨਿਓ ਇਹ ਤੱਥ ਕਢਾਏ ਹੈਗੇ ਨੇ ਅਤੇ ਇਹ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ। ਇਹ ਆਪਣਾ 2019 ਦੇ ਵਿੱਚ ਆਪਣੇ ਕੋਲ ਕੋਈ 16 ਦਰਖਾਸਤਾਂ ਆਈਆਂ ਇਸ ਤਰ੍ਹਾਂ ਦੇ ਮਸਲਿਆਂ ਦੀਆਂ ਔਰ ਉਹਦੇ 'ਤੇ 6 ਪਰਚੇ ਦਰਜ ਹੋਏ। 2020 ਦੇ ਵਿੱਚ ਇਹੀ 26 ਦਰਖਾਸਤਾਂ ਬਣ ਗਈਆਂ ਔਰ 11 ਪਰਚੇ ਦਰਜ ਹੋਏ ਔਰ 2021 ਦੇ ਵਿੱਚ 31 ਦਰਖਾਸਤਾਂ ਬਣ ਗਈਆਂ ਔਰ ਹੁਣ ਤਾਈਂ ਹਜੇ ਆਪਾਂ 2021 ਦੇ ਅੱਧ 'ਚ ਪਹੁੰਚਾਂਗੇ, 31 ਦਰਖਾਸਤਾਂ ਆ ਗਈਆਂ ਔਰ 9 ਪਰਚੇ ਆਪਣੇ ਦਰਜ ਹੋ ਚੁੱਕੇ ਨੇ। ਟੋਟਲ ਸਰ ਹੁਣ ਤੱਕ ਕਿੰਨੇ ਕੁ ਕੇਸ ਹੁਣ ਤੱਕ ਆਪਣੇ ਕੋਲ ਇੱਥੇ ਰਜਿਸਟਰਡ ਹੋਏ ਨੇ? ਇਹ ਮੇਰੇ ਕੋਲ ਟੋਟਲ 26 ਕੇਸ ਹੁਣ ਤਾਈਂ ਰਜਿਸਟਰ ਹੋਏ ਨੇ। ਕੋਈ 73 ਕੰਪਲੇਂਟਾਂ ਇਸ ਤਰ੍ਹਾਂ ਦੀਆਂ ਆਈਆਂ ਹੈਗੀਆਂ ਨੇ। ਇਹ ਲਵਪ੍ਰੀਤ ਦੇ ਜਾਂ ਕੇਸ ਤੋਂ ਬਾਅਦ ਹੀ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਸੀ ਜਾਂ ਲੋਕ ਪਹਿਲਾਂ ਹੀ ਜਿਹੜੇ ਸੁਚੇਤ ਨਹੀਂ ਸੀਗੇ ਅਤੇ ਕੰਪਲੇਂਟ ਦਰਜ ਨਹੀਂ ਕਰਾਉਂਦੇ ਸੀ? ਨਹੀਂ, ਇਹ ਪਹਿਲਾਂ ਤੋਂ ਮੈਂ ਜਿਹੜੇ ਤੁਹਾਡੇ ਨਾਲ ਤੱਥ ਸਾਂਝੇ ਕੀਤੇ ਨੇ 2019 ਤੋਂ ਸਾਂਝੇ ਕੀਤੇ ਨੇ ਅਤੇ ਲਵਪ੍ਰੀਤ ਦਾ ਤਾਂ ਜਿਹੜਾ ਕੇਸ ਹੈਗਾ ਉਹ ਇਸੇ ਮਹੀਨੇ ਸਾਡੇ ਸਾਹਮਣੇ ਆਇਆ ਹੈਗਾ। ਮੈਂ ਇਹਦੇ ਬਾਰੇ ਵੀ ਤੁਹਾਡੇ ਨਾਲ ਸਾਂਝਾ ਕਰ ਲਾਂ। ਮੇਰੀ DIG ਪਟਿਆਲਾ ਰੇਂਜ ਨਾਲ ਗੱਲ ਹੋਈ ਹੈ, ਜੋ ਉਹਨਾਂ ਨੇ ਮੈਨੂੰ ਤੱਥ ਦੱਸੇ ਹੈਗੇ ਨੇ ਇਸ ਕੇਸ ਬਾਰੇ ਕਿ ਸਾਰਿਆਂ ਨਾਲੋਂ ਪਹਿਲਾਂ 24 ਤਰੀਕ ਨੂੰ ਇਹ ਮੰਦਭਾਗੀ ਘਟਨਾ ਹੁੰਦੀ ਹੈ। ਉਸ ਦੇ ਤਹਿਤ ਜਦੋਂ ਇਹ ਮੰਦਭਾਗੀ ਘਟਨਾ ਹੁੰਦੀ ਹੈਗੀ ਹੈ ਤਾਂ 174 ਦੀ ਕਾਰਵਾਈ ਪੁਲਿਸ ਦੇ ਮੁਤਾਬਕ ਕੀਤੀ ਜਾਂਦੀ ਹੈ, ਕਿਉਂਕਿ ਉਹਦੇ ਜਿਹੜੇ ਵਾਲੀ ਵਾਰਸ ਹੈਗੇ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਕਿਸੇ 'ਤੇ ਕੋਈ ਸ਼ੱਕ ਨਹੀਂ, ਕੋਈ ਕੰਪਲੇਂਟ ਨਹੀਂ ਹੈਗੀ। 174 ਦੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ 10 ਦਿਨਾਂ ਦੇ ਬਾਅਦ 5 ਤਰੀਕ ਨੂੰ ਆ ਕੇ ਉਹ ਕੰਪਲੇਂਟ ਕਰਦੇ ਨੇ ਵੀ ਸਾਨੂੰ ਇਹ ਸੁਸਾਈਡ ਦਾ ਕੇਸ ਜਾਪਦਾ ਹੈਗਾ ਔਰ ਇਹ ਕਾਰਨ ਹੈਗੇ ਨੇ। ਅਤੇ ਉਸ 5 ਤਰੀਕ ਤੋਂ ਬਾਅਦ
ਪੁਲਿਸ ਇਸ ਨੂੰ ਇਸ ਪੱਖੋਂ ਤਹਿਕੀਕਾਤ ਕਰਨਾ ਸ਼ੁਰੂ ਕਰਦੀ ਹੈ ਅਤੇ ਜਿਹਦੇ ਲਈ ਉਹਦਾ ਵਿਸਰਾ ਵਗੈਰਾ ਕੈਮੀਕਲ ਐਗਜ਼ਾਮੀਨਰ ਕੋਲ ਭੇਜਿਆ ਜਾਂਦਾ ਉਹਦੀ ਕਾਜ਼ ਆਫ ਡੈਥ ਐਸਟੈਬਲਿਸ਼ ਕਰਨ ਲਈ। ਅਤੇ ਉਹ ਪ੍ਰੋਸੈਸ ਔਨ ਆ ਉਹ ਕਿਉਂਕਿ ਇੱਕ ਕੈਮੀਕਲ ਪ੍ਰੋਸੈਸ ਆ ਜਿਹਦੇ 'ਚ ਸਾਰੀ ਚੀਜ਼ਾਂ ਦਾ ਕੈਮੀਕਲ ਰਿਐਕਸ਼ਨ ਹੋ ਕੇ ਹੀ ਉਹ ਕੋਈ ਕਨਕਲੂਜਨ 'ਤੇ ਪਹੁੰਚਦੇ ਨੇ ਫੋਰੈਂਸਿਕ ਸਾਇੰਸ ਵਾਲੇ। ਅਤੇ ਇਸ ਕਰਕੇ ਉਹਨਾਂ ਨੂੰ ਬਾਰ-ਬਾਰ ਰਿਮਾਈਂਡਰ ਵੀ ਲਿਖੇ ਜਾ ਰਹੇ ਨੇ ਬਰਨਾਲਾ ਪੁਲਿਸ ਵੱਲੋਂ ਕਿ ਇਹਦੀ ਸਾਨੂੰ ਨਤੀਜਾ ਜਲਦੀ ਦੱਸਿਆ ਜਾਵੇ। ਅੱਛਾ, ਇੱਕੋ ਦਮੇ ਜਿਹੜਾ ਇਹ ਹੁੰਦਾ ਆ ਕਿ ਇਹ ਜੇ ਕੇਸ ਸ਼ੁਰੂ ਹੋ ਜਾਂਦੇ ਨੇ ਧੋਖਾਧੜੀ ਦੇ, ਬਾਹਰ ਵਿਦੇਸ਼ੀ ਜਾ ਕੇ ਜਿਹੜੀਆਂ ਕੁੜੀਆਂ ਇੱਥੋਂ ਪੜ੍ਹਨ ਲਈ ਜਾਂਦੀਆਂ ਨੇ, ਖਾਸ ਕਰਕੇ ਲੜਕੀਆਂ ਦੀ ਮੈਂ ਗੱਲ ਕਰੂੰਗਾ ਕਿਉਂਕਿ ਬਹੁਤ ਸਾਰੇ ਕੇਸਾਂ 'ਚ ਲੜਕੀਆਂ ਹੀ ਮੂਹਰੇ ਆ ਰਹੀਆਂ ਨੇ, ਬਾਹਰ ਪੜ੍ਹਨ ਚਲੇ ਜਾਂਦੀਆਂ ਨੇ ਅਤੇ ਕੇਸ ਜਿਹੜਾ ਸ਼ੁਰੂ ਹੋ ਜਾਂਦੇ ਨੇ ਇਹ ਜੇ, ਫਿਰ ਉਹਦੇ 'ਤੇ ਕਿਹੜਾ ਲਾਅ ਲਾਗੂ ਹੁੰਦਾ ਹੈ, ਕੈਨੇਡੀਅਨ ਗੌਰਮੈਂਟ ਦਾ ਜਾਂ ਫਿਰ ਇੰਡੀਅਨ ਦਾ? ਕਿਉਂਕਿ ਉਹ ਕੈਨੇਡੀਅਨ ਤਾਂ ਹਜੇ ਸਿਟੀਜ਼ਨ ਹੁੰਦੀ ਨਹੀਂ, ਫਿਰ ਕਿਹੜਾ ਉਹਦੇ ਲਾਅ ਲਾਗੂ ਹੁੰਦਾ? ਦੇਖੋ, ਇਹ ਜਿਹੜੀ ਲਾਅ ਲਾਗੂ ਹੋਏਗਾ ਉਹ ਆਪਣੇ ਹੀ ਲਾਗੂ ਹੋਏਗਾ। ਆਇਆ ਉਹ ਕੈਨੇਡੀਅਨ ਸਿਟੀਜ਼ਨ ਨਹੀਂ ਹੈਗੀ, ਜੇ ਆਪਣੇ ਸਿਟੀਜ਼ਨ ਕੰਟੀਨਿਊ ਕਰਦੇ ਨੇ ਤਾਂ ਆਪਣਾ ਲਾਅ ਲਾਗੂ ਹੋਏਗਾ। ਜੇ ਉਹ ਉੱਥੋਂ ਦੇ ਸਿਟੀਜ਼ਨ ਬਣ ਗਏ ਹੈਗੇ ਨੇ ਅਤੇ ਆਪਣਾ ਪਾਸਪੋਰਟ ਉਹਨਾਂ ਨੇ ਸਰੈਂਡਰ ਕਰਤਾ, ਇੰਡੀਆ ਦਾ ਪਾਸਪੋਰਟ ਸਰੈਂਡਰ ਕਰਤਾ, ਫਿਰ ਉਹਨਾਂ ਦਾ ਲਾਅ ਲਾਗੂ ਹੋਏਗਾ। ਸੋ ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਜਦੋਂ ਤਾਈਂ ਉਹ ਸਿਟੀਜ਼ਨ ਨਹੀਂ ਹੈਗੇ ਉੱਥੋਂ ਦੇ, ਉਦੋਂ ਤਾਈਂ ਆਪਣਾ ਲਾਅ। ਸਰ, ਇੱਥੇ ਤਾਂ ਤੁਸੀਂ ਡੀਲ ਕਰ ਲੈਂਦੇ ਆ, ਪਰ ਬਾਹਰਲੀ ਗੌਰਮੈਂਟ ਨਾਲ ਫਿਰ ਕਿਵੇਂ ਡੀਲ ਕਰਦੇ ਹੋ ਕਿ ਜਿਹੜਾ ਧੋਖਾਧੜੀ ਦਾ ਸ਼ਿਕਾਰ ਹੋਇਆ ਕੋਈ ਜਾਂ ਕੋਈ ਬੰਦਾ ਉੱਧਰ ਵਿਅਕਤੀ ਉੱਥੇ ਹੈਗਾ ਉੱਤੇ ਕਾਰਵਾਈ ਕੀਤੀ ਜਾ ਸਕੇ? ਦੇਖੋ, ਜਿਹੜਾ ਬਾਹਰਲੇ ਵਿਦੇਸ਼ੀ ਮਾਮਲੇ ਨੇ ਇਹ ਭਾਰਤ ਸਰਕਾਰ ਦੇ ਕਾਰਜ ਹਿੱਤ ਆਉਂਦੇ ਹੈਗੇ ਨੇ ਔਰ ਆਪਾਂ ਜਿਹੜੀ ਵੀ ਡੀਲਿੰਗ ਕਰਨੀ ਆ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਥਰੂ ਕਰਨੀ ਆ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵਿੱਚ ਇੱਕ ਇੰਡੀਅਨ ਓਵਰਸੀਜ਼ ਡਿਵੀਜ਼ਨ ਬਣੀ ਆ ਜਿਹਦੇ ਜੁਆਇੰਟ ਸੈਕਟਰੀ ਲੈਵਲ ਦੇ ਆਫਿਸਰ ਇੰਚਾਰਜ ਹੈਗੇ। ਸੋ ਉਹਨਾਂ ਨਾਲ ਅਸੀਂ ਰਾਬਤਾ ਕਰਦੇ ਹਾਂ ਜਿੱਥੇ ਸਾਨੂੰ ਇਹ ਤਹਿਕੀਕਾਤ ਤੋਂ ਆਉਂਦਾ ਕਿ ਆਹ ਬਾਹਰਲੇ ਬੰਦੇ ਨੇ, ਅਸੀਂ ਉਹ ਸਾਰਾ ਕੇਸ ਉਹਨਾਂ ਨੂੰ ਭੇਜਦੇ ਹਾਂ। ਉਹ ਕੰਸਰਨਡ ਕਾਉਂਸਲ ਜਾਂ ਆਪਣਾ ਹਾਈ ਕਮਿਸ਼ਨ ਜਿੱਥੇ ਵੀ ਉਹ ਹੁੰਦਾ, ਤਾਂ ਕਿ ਉਹਨਾਂ ਬੰਦਿਆਂ ਦੇ ਜਿਹੜੇ ਕਿ ਆਪਣੇ ਸਿਟੀਜ਼ਨ ਹੈਗੇ ਨੇ, ਜਿਹੜੇ ਇੰਡੀਅਨ ਪਾਸਪੋਰਟ ਹੋਲਡਰ ਨੇ, ਉਹਨਾਂ ਦੇ ਅਗੇਂਸਟ ਬਣਦੀ ਕਾਰਵਾਈ ਉੱਥੇ ਕੀਤੀ ਜਾ ਸਕੇ। ਉਹ ਅਗੇਂਸਟ ਵੇਰੀਅਸ ਆਪਸ਼ਨਸ ਉਹਨਾਂ ਨੂੰ ਹੁੰਦੇ ਨੇ, ਉਹਦਾ ਪਾਸਪੋਰਟ ਜ਼ਬਤ ਕਰ ਸਕਦੇ ਨੇ, ਉਹਦਾ ਉਹ ਕਰ ਸਕਦੇ ਨੇ, ਉਹ ਕਾਰਵਾਈ ਉਹ ਉਹਨਾਂ ਦੇ ਥਰੂ ਅਸੀਂ ਕਰਾਉਂਦੇ ਹੈਗੇ। ਉਹਨਾਂ ਥਰੂ ਕਾਰਵਾਈ ਜਿਹੜੀ ਹੋ ਜਾਂਦੀ, ਕਿੰਨਾ ਕੁ ਲੰਬਾ ਪ੍ਰੋਸੈਸ ਹੁੰਦਾ ਜੀ? ਇਹ ਜ਼ਿਆਦਾ ਲੰਬਾ ਪ੍ਰੋਸੈਸ ਨਹੀਂ ਹੈਗਾ, ਇਹ ਸਿਰਫ ਇੰਨਾ ਹੀ ਪ੍ਰੋਸੈਸ ਆ ਕਿ ਇੱਥੇ ਅਸੀਂ ਆਪਣੀ ਉਹਦੇ ਅਗੇਂਸਟ ਕ੍ਰਾਈਮ ਐਸਟੈਬਲਿਸ਼ ਕਰਦੇ ਹਾਂ ਅਤੇ ਉਹਦੀ ਇਨਫੋਰਮੇਸ਼ਨ ਫਿਰ ਅਸੀਂ ਮਿਨਿਸਟਰੀ ਆਫ ਉਹਨਾਂ ਨੂੰ ਭੇਜਦੇ ਹਾਂ, ਐਕਸਟਰਨਲ ਅਫੇਅਰਸ ਨੂੰ ਭੇਜ। ਬਹੁਤ ਸਾਰੇ ਹਜੇ ਵੀ ਐਸੇ ਲੋਕ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਉਹ ਜਾਣ ਕਿੱਥੇ, ਕਿਉਂਕਿ ਲੋਕਲ ਜਿਹੜੀ ਪੁਲਿਸ ਸਟੇਸ਼ਨ ਨੇ ਉੱਥੇ ਵੀ ਕੰਪਲੇਂਟ ਨੂੰ ਜਾਂਦੇ ਨੇ, ਹਾਲਾਂਕਿ NRI ਵਿੰਗ ਹੈ ਬਣਿਆ ਹੋਇਆ, ਪਰ ਇਹ ਭੁਲੇਖਾ ਲੋਕਾਂ ਦੇ ਅੰਦਰ ਕਿ ਜਿਹੜਾ ਇਹ NRI ਵਿੰਗ ਹੈ ਕੇਵਲ NRIs ਵਾਸਤੇ ਆ, ਨਾ ਕਿ ਇੰਡੀਅਨਸ ਦੇ ਵਿੱਚ ਹੈਗਾ। ਨਹੀਂ, ਦੇਖੋ, ਇਹ NRI ਵਿੰਗ ਜਿਹੜਾ ਬਣਾਇਆ ਗਿਆ ਸੀਗਾ ਇਹ ਇੱਕ ਸੰਦਰਭ ਦੇ ਵਿੱਚ ਬਣਾਇਆ ਗਿਆ ਸੀ, 2013 ਦੇ ਵਿੱਚ ਬਣਾਇਆ ਗਿਆ ਸੀ। ਇਹ ਇਸ ਕਰਕੇ ਬਣਾਇਆ ਗਿਆ ਸੀ ਕਿ ਉਦੋਂ ਦੇ ਜਿਹੜੇ ਹਾਲਾਤ ਸੀਗੇ ਇਸ ਤਰ੍ਹਾਂ ਦਾ ਹੋ ਰਿਹਾ ਸੀਗਾ ਕਿ ਆਪਣੀਆਂ ਲੜਕੀਆਂ ਸਫਰ ਕਰਦੀਆਂ ਸੀ, ਬਾਹਰਲੇ ਲੋਕ ਆ ਕੇ ਇੱਥੇ ਲੜਕੀਆਂ ਨਾਲ ਮੈਰਿਜ ਕਰਕੇ ਫਿਰ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ ਸੀ। ਉਹਨਾਂ ਦੀ ਸਹੂਲੀਅਤ ਲਈ ਔਰ NRIs ਦੀ ਸਹੂਲੀਅਤ ਲਈ ਇਹ ਬਣਾਇਆ ਗਿਆ ਸੀਗਾ ਕਿ ਉਹਨਾਂ ਦੇ ਪ੍ਰੋਪਰਟੀ ਦੇ ਕੇਸ ਇੱਥੇ ਹੁੰਦੇ ਹੈਗੇ ਨੇ ਤਾਂ ਕਿ ਉਹਨਾਂ ਦੀ ਪ੍ਰੋਪਰਟੀ ਇੱਥੇ ਮਹਿਫੂਜ਼ ਰਹੇ ਔਰ ਉਹ ਇੱਥੇ ਪੰਜਾਬ ਨਾਲ ਇੱਕ ਆਪਣਾ ਰਾਬਤਾ ਬਣਾਏ ਰੱਖਣ, ਪੰਜਾਬ ਜਾ ਕੇ ਇਨਵੈਸਟ ਕਰਨ ਔਰ ਆਪਣਾ ਪੰਜਾਬ ਆਪਣਾ ਅੱਗੇ ਵਧੇ। ਇਹ ਇਸ ਲਈ NRI ਵਿੰਗ ਇੱਕ ਸਪੈਸ਼ਲ ਵਿੰਗ ਬਣਾਇਆ ਗਿਆ ਸੀਗਾ। ਇਹਦੇ 'ਚ ਇਹ ਕੋਈ ਨਹੀਂ ਹੈਗਾ ਵੀ ਇਹ ਸਿਰਫ NRI ਦੀਆਂ ਹੀ ਉਹ ਦੇਖਦਾ, ਇਹ ਸਾਰਿਆਂ ਦੀਆਂ ਸਮੱਸਿਆਵਾਂ ਦੇਖਦਾ ਹੈਗਾ। ਜਿੱਥੇ ਸਾਨੂੰ ਲੱਗਦਾ ਕਿ ਇਹ ਸਮੱਸਿਆ ਜ਼ਿਲ੍ਹਾ ਪੁਲਿਸ ਬੈਟਰ ਡੀਲ ਕਰ ਸਕਦੀ ਆ ਅਤੇ ਕਿਉਂਕਿ ਸਾਡੇ ਕੋਲ ਬਹੁਤ ਘੱਟ ਰਿਸੋਰਸਿਸ ਨੇ। ਜਦੋਂ ਅਸੀਂ ਇਹ ਸ਼ੁਰੂ ਕੀਤਾ ਸੀ ਵਿੰਗ ਕੋਈ 850 ਬੰਦਾ ਸੀਗਾ, ਹੁਣ ਸਾਡੇ ਕੋਲ ਬੰਦਾ ਹੀ 100 ਦੇ ਕਰੀਬ ਆ ਅਤੇ ਇਸ ਕਰਕੇ ਸਾਡੇ ਕੋਲ ਇੰਨੇ ਰਿਸੋਰਸਿਸ ਹੈ ਨਹੀਂ, ਤਾਂ ਅਸੀਂ ਇਹ ਕੇਸ ਜ਼ਿਲ੍ਹੇ ਨੂੰ ਭੇਜ ਦਿੰਦੇ ਹੈਗੇ। ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਕਿਸੇ ਨੇ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕੇਵਲ ਇੱਥੇ ਅਸੀਂ ਮੋਹਾਲੀ ਬੈਠੇ ਹਾਂ, ਮੋਹਾਲੀ ਇਹ ਹੈਗਾ ਵਿੰਗ ਬਣਿਆ ਅਤੇ ਬਾਕੀ ਜਗ੍ਹਾ ਨਹੀਂ ਇਸ ਦੇ ਉਹ ਹੈਗੇ, ਕਿਵੇਂ ਪਹੁੰਚ ਕੀਤੀ ਜਾ ਸਕਦੀ, ਕਿਵੇਂ ਕੰਪਲੇਂਟ ਦਰਜ ਕੀਤੀ ਜਾ ਸਕਦੀ, ਕੀ ਸਾਧਨਾਂ ਰਾਹੀਂ? ਦੇਖੋ, ਮੈਨੂੰ ਇੱਥੇ ਆਏ ਨੂੰ 1.5 ਸਾਲ ਹੋਇਆ। 1.5 ਸਾਲ ਤੋਂ ਪਹਿਲਾਂ ਇਹ ਜਿਹੜਾ NRI ਵਿੰਗ ਸੀ ਅਤੇ ਸਾਂਝ ਸਾਡਾ ਵਿੰਗ ਸੀਗਾ, ਇਹ ਇਕੱਠੇ ਸੀਗੇ ਅਤੇ
ਕਿਉਂਕਿ ਸਾਂਝ ਦਾ ਫੁੱਟਪ੍ਰਿੰਟ ਪੰਜਾਬ ਦੇ ਹਰ ਇੱਕ ਥਾਣੇ 'ਚ ਹੈਗਾ, ਹਰ ਇੱਕ ਚੌਕੀ 'ਚ ਹੈਗਾ, ਅਤੇ ਉਹ ਸਾਡੇ ਆਊਟਰੀਚ ਸੈਂਟਰ ਦੀ ਤਰ੍ਹਾਂ ਕੰਮ ਕਰਦੇ ਸੀ। ਪਰ 2019 ਦੇ ਫੈਬਰਵਰੀ 'ਚ ਜਦੋਂ ਮੈਂ ਇੱਥੇ ਜੁਆਇਨ ਕੀਤਾ, ਉਦੋਂ ਸਾਂਝ ਵਿੰਗ ਇੱਥੋਂ ਅਲੱਗ ਕਰ ਦਿੱਤਾ ਗਿਆ। ਹੁਣ ਸਾਡੇ ਕੋਲ ਸਿਰਫ NRI ਵਿੰਗ ਹੈਗਾ, ਔਰ ਸਾਡੇ ਜਿਹੜੀ ਫੀਲਡ ਦੇ ਵਿੱਚ ਫੁੱਟਪ੍ਰਿੰਟ ਹੈਗਾ ਜਾਂ ਸਾਡੇ ਆਊਟਰੀਚ ਸੈਂਟਰ ਨੇ, ਉਹ ਸਿਰਫ ਸਾਡੇ ਪੁਲਿਸ ਸਟੇਸ਼ਨ ਹੈਗੇ ਨੇ। ਪਰ ਉੱਥੇ ਵੀ ਅਸੀਂ, ਕਿਉਂਕਿ ਸਾਡੀ ਜਿਹੜੀ ਡੀਲਿੰਗ ਹੁੰਦੀ ਹੈ ਉਹ ਜ਼ਿਆਦਾ NRIs ਨਾਲ ਹੁੰਦੀ ਹੈ, ਅਤੇ ਅਸੀਂ ਉਹਨਾਂ ਨੂੰ ਇੱਕ ਸਰਵਿਸ ਪ੍ਰੋਵਾਈਡ ਕਰਦੇ ਹਾਂ ਕਿ ਉਹ ਈਮੇਲ ਦੇ ਤਹਿਤ ਸਾਨੂੰ ਕੰਪਲੇਂਟ ਕਰ ਸਕਦੇ ਨੇ। ਜਦੋਂ ਉਹਨਾਂ ਦੀ ਕੋਈ ਈਮੇਲ ਆਉਂਦੀ ਹੈ, ਉਹਦੇ 'ਤੇ ਅਸੀਂ ਆਟੋ ਜਨਰੇਟ ਕਰਦੇ ਹਾਂ ਇੱਕ UID, ਉਹਨਾਂ ਨੂੰ ਦੱਸਦੇ ਹਾਂ ਵੀ ਜਗ੍ਹਾ 'ਤੇ ਆਫਿਸਰ ਜਿਹਦਾ ਸੈੱਲ ਨੰਬਰ ਇੰਨਾ, ਇਹ ਤੁਹਾਡੀ ਕੰਪਲੇਂਟ ਨੂੰ ਡੀਲ ਕਰੇਗਾ। ਇਸ ਤਰ੍ਹਾਂ ਅਸੀਂ ਆਪਰੇਟ ਕਰਦੇ ਹਾਂ। ਇਸ ਤਰ੍ਹਾਂ ਆਪਰੇਟ। ਇੱਕ ਸਭ ਤੋਂ ਬੜੀ ਜਿਹੜੀ ਦੇਖਣ ਨੂੰ ਮਿਲੀ ਹੈ PM, ਜਿਹਨੂੰ ਕਹਿੰਦੇ ਆ ਪੇਪਰ ਮੈਰਿਜ। ਆਪਾਂ ਇਹਨੂੰ ਕੰਟਰੈਕਟ ਦਾ ਨਾਮ ਨਹੀਂ ਦਿੰਦੇ, ਪਰ ਪੇਪਰ ਮੈਰਿਜ ਹੈ, ਇਹ ਲਗਾਤਾਰ ਹੋ ਰਹੀ ਹੈ। ਇੱਕ ਆਪਾਂ ਇਨਸਾਨੀਅਤ ਦੇ ਤੌਰ 'ਤੇ ਦੇਖੀਏ ਤਾਂ ਤੁਹਾਡਾ ਮੈਂ ਜੇ ਕੁਐਸਚਨ ਕਰਾਂ, ਤੁਸੀਂ ਕਿਉਂਕਿ ਡੀਲ ਕਰਦੇ ਉਹਨਾਂ 'ਚ, ਕਿੰਨਾ ਕਿ ਇਹਨੂੰ ਵਾਜਬ ਸਮਝਦੇ ਹੋ ਹੁਣ ਦੇ ਟਾਈਮ? ਕਿਉਂਕਿ ਸਾਡਾ ਕਲਚਰ ਸੀਗਾ, ਗੁਰੂ ਸਾਹਿਬ ਦੀ ਹਜ਼ੂਰੀ 'ਚ ਅਸੀਂ ਜਿਹੜੀਆਂ ਲਾਵਾਂ ਲੈਂਦੇ ਹੁੰਦੇ ਸੀ, ਜਾਂ ਇੱਕ ਪੰਡਤ ਜੀ ਜਿਹੜੇ ਸੀ ਉਹ ਫੇਰੇ ਕਰਾਉਂਦੇ ਹੁੰਦੇ ਸੀ, ਪਰ ਇਹ ਕਲਚਰ ਤੋਂ ਬਾਅਦ ਹੁਣ ਅਸੀਂ ਪੇਪਰ ਦੇ ਉੱਤੇ ਆ ਗਏ। ਇਹ ਮਦਭਾਗੀ ਘਟਨਾ ਪਰ ਆਪਾਂ ਕਿਸੇ ਵੀ ਚੀਜ਼ ਨੂੰ ਜਜਮੈਂਟਲ ਹੋ ਕੇ ਨਾ ਦੇਖੀਏ, ਆਪਾਂ ਉਹਨੂੰ ਅੰਡਰਸਟੈਂਡ ਕਰੀਏ ਵੀ ਇਹ ਕਿਉਂ ਹੋ ਰਿਹਾ। ਇਹ ਇਸ ਕਾਰਨ ਹੋ ਰਿਹਾ ਕਿਉਂਕਿ ਆਪਣੇ ਬੱਚੇ ਬਾਹਰ ਜਾਣ ਲਈ ਬਹੁਤ ਉਤਾਵਲੇ ਹੈਗੇ ਨੇ, ਔਰ ਜੇ ਉਹ ਬਾਹਰ ਜਾਣਾ ਚਾਹੁੰਦੇ ਹੈਗੇ ਨੇ, ਸਰਕਾਰਾਂ ਦਾ ਇਹ ਕੰਮ ਹੁੰਦਾ ਕਿ ਉਹ ਆਪਣੀਆਂ ਪੋਲਿਸੀਜ਼ ਉਸ ਤਰ੍ਹਾਂ ਬਣਾਉਣ ਕਿ ਉਹਨਾਂ ਨੂੰ ਆਪਣੇ ਐਸਪੀਰੇਸ਼ਨ ਮੀਟ ਕਰਨ ਦਾ ਮੌਕਾ ਮਿਲ ਸਕੇ। ਸੋ ਪੰਜਾਬ ਸਰਕਾਰ ਨੇ ਵੀ ਇਸ ਪੇਪਰ ਮੈਰਿਜ ਦੀ ਜਗ੍ਹਾ 'ਤੇ ਉਹਨਾਂ ਨੇ ਉਪਰਾਲਾ ਕੀਤਾ ਹੈਗਾ, ਅਤੇ ਆਪਣੇ ਫੋਰਨ ਸਟੱਡੀ ਐਂਡ ਪਲੇਸਮੈਂਟ ਸੈੱਲ ਖੋਲ੍ਹਿਆ, ਜਿਹੜੀ ਘਰ ਘਰ ਰੋਜ਼ਗਾਰ ਯੋਜਨਾ ਹੈਗੀ ਆ, ਉਹਦੇ ਤਹਿਤ ਫੋਰਨ ਸਟੱਡੀ ਐਂਡ ਪਲੇਸਮੈਂਟ ਸੈੱਲ ਪੰਜਾਬ ਸਰਕਾਰ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਐਸੋਸੀਏਸ਼ਨ ਦੇ ਨਾਲ ਖੋਲ੍ਹਿਆ, ਜਿੱਥੇ ਕਿ ਬੱਚਿਆਂ ਦੀ ਕਾਉਂਸਲਿੰਗ ਕੀਤੀ ਜਾਂਦੀ ਆ। ਔਰ ਇਹ ਆਪਣਾ ਫੈਬਰਵਰੀ 15 ਤੋਂ ਇਸ ਸਾਲ ਹੀ ਸ਼ੁਰੂ ਹੋਇਆ, ਔਰ ਇਹਦੇ ਤਹਿਤ ਮੈਨੂੰ ਦੱਸਿਆ ਗਿਆ ਹੁਣ ਤਾਈਂ ਇੰਸਪਾਈਟ ਆਫ ਕੋਵਿਡ ਰੈਸਟ੍ਰਿਕਸ਼ਨ ਕੋਈ 500 ਬੱਚਿਆਂ ਦੀ ਕਾਉਂਸਲਿੰਗ ਕੀਤੀ ਗਈ ਆ ਕਿ ਤੁਸੀਂ ਕਿਸ ਤਰ੍ਹਾਂ, ਕਿਹੜੇ ਕਾਲਜ ਤੁਸੀਂ ਬਾਹਰ ਜਾ ਕੇ ਕਿਹੜੀ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਸਕਦੇ ਹੋ। ਉਹ ਅਥੈਂਟੀਕੇਟਿਡ ਕਾਲਜਿਸ ਅਤੇ ਯੂਨੀਵਰਸਿਟੀਜ਼ ਨੇ, ਅਤੇ ਉੱਥੇ ਕਿੱਥੇ ਕਿੱਥੇ ਜੋਬਸ ਅਵੇਲੇਬਲ ਨੇ, ਉਹ ਵੀ ਇਹਦੇ ਤਹਿਤ ਤੁਹਾਨੂੰ ਦੱਸਿਆ ਜਾਂਦਾ ਹੈਗਾ। ਔਰ ਇਹ ਇੱਕ ਸੇਵਾ ਜਿਹੜੀ ਪੰਜਾਬ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ। ਮੈਂ ਤਾਂ ਇਹੀ ਅਪੀਲ ਕਰਾਂਗਾ ਆਪਣੇ ਬੱਚਿਆਂ ਨੂੰ ਕਿ ਉਹ ਇਹਨੂੰ ਅਵੇਲ ਕਰਨ। ਲਾਈਫ 'ਚ ਅੱਗੇ ਵਧਣਾ ਬਹੁਤ ਜ਼ਰੂਰੀ ਹੈ। ਆਪਾਂ ਪੰਜਾਬੀ ਤਾਂ, ਕਿਉਂਕਿ ਆਪਣਾ ਪੰਜਾਬ ਬਹੁਤ ਛੋਟਾ ਹੈਗਾ, ਇੱਥੇ ਆਪਣੀਆਂ ਇੰਨੀਆਂ ਓਪਰਚੁਨਿਟੀ, ਸੋ ਆਪਾਂ ਇਸ ਹੁਣ ਤੋਂ ਨਹੀਂ, ਆਪਾਂ ਪਿਛਲੀ ਸਦੀ ਤੋਂ ਬਾਹਰ ਮੂਵ ਕਰਨਾ ਸ਼ੁਰੂ ਕੀਤਾ ਸੀ, ਅਤੇ ਇਹਦੇ 'ਚ ਕੋਈ ਇਹੋ ਜਿਹੀ ਮਾੜੀ ਗੱਲ ਨਹੀਂ। ਹਰ ਇੱਕ ਬੰਦਾ ਆਪਣਾ ਲਾਈਫ ਚਾਂਸਿਸ ਇੰਪਰੂਵ ਕਰਨਾ ਚਾਹੁੰਦਾ, ਔਰ ਪਰ ਇਹ ਆ ਕਿ ਕਿਸੇ ਚੀਜ਼ ਲਈ ਇੰਨਾ ਡੈਸਪਰੇਟ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਸਾਰੇ ਕਾਇਦੇ, ਆਪਣੀਆਂ ਸਾਰੀਆਂ ਵੈਲਿਊਜ਼ ਛਿੱਕੇ ਟੰਗ ਦਿਓ। ਜਿਸ ਤਰ੍ਹਾਂ ਦੀ ਇਹ ਪੇਪਰ ਮੈਰਿਜ ਦੀ ਤੁਸੀਂ ਗੱਲ ਕੀਤੀ ਹੈ ਕਿ ਆਪਾਂ ਬਾਹਰ ਜਾਣ ਲਈ ਇੰਨੇ ਡੈਸਪਰੇਟ ਹਾਂ ਕਿ ਆਪਾਂ ਪੇਪਰ ਮੈਰਿਜ 'ਤੇ ਆ ਗਏ, ਆਪਾਂ ਆਪਣੀਆਂ ਕਦਰਾਂ ਕੀਮਤਾਂ ਹੀ ਭੁੱਲ ਗਏ। ਆਪਣੀ ਪੰਜਾਬੀਆਂ ਦੀ ਜੇ ਸਕਸੈਸ ਹੋਈ ਸੀ, ਕਾਮਯਾਬੀ ਹੋਈ ਸੀ, ਆਪਣੀਆਂ ਕੁਛ ਕਦਰਾਂ ਕੀਮਤਾਂ ਦੀ, ਕੁਛ ਵੈਲਿਊਜ਼ ਦੇ ਕਾਰਨ ਹੋਈ ਸੀ। ਆਪਣੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ, ਆਪਣੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ। ਉਹ ਸ਼ਹੀਦੀਆਂ ਕਿਸ ਲਈ ਦਿੱਤੀਆਂ? ਉਹ ਇਸ ਲਈ ਦਿੱਤੀਆਂ ਕਿ ਉਹਨਾਂ ਦਾ ਇੱਕ ਵੈਲਿਊ ਸਿਸਟਮ ਸੀ ਕਿ ਨਾ ਅਸੀਂ ਕਿਸੇ ਤੋਂ ਡਰਾਂਗੇ, ਨਾ ਅਸੀਂ ਕਿਸੇ ਨੂੰ ਡਰਾਵਾਂਗੇ, ਹਰ ਇੱਕ ਨੂੰ, ਮਨੁੱਖ ਨੂੰ ਆਜ਼ਾਦੀ ਦਿੱਤੀ ਜਾਏਗੀ। ਇਹਨਾਂ ਕਦਰਾਂ ਕੀਮਤਾਂ 'ਤੇ ਹੀ ਆਪਾਂ ਅੱਜ ਸੰਸਾਰ ਦੇ ਵਿੱਚ ਜਾਣੇ ਆਗੇ। ਅਤੇ ਜੇ ਆਪਾਂ ਇਹ ਕਦਰਾਂ ਕੀਮਤਾਂ ਨੂੰ ਛੱਡ ਦਿਆਂਗੇ ਤਾਂ ਆਪਣੀ ਆਉਣ ਵਾਲੀ ਜਿਹੜੀ ਉਹ ਕਮਿਊਨਿਟੀ ਹੈਗੀ ਆ, ਉਹਦਾ ਕੋਈ ਨਾਂ ਨਹੀਂ ਰਹੇਗਾ। ਉਹ ਹੁਣ ਆਪਣਾ ਨਾਂ ਹੈਗਾ ਸਿਰਫ ਇਸ ਕਰਕੇ ਕਿ ਆਪਣੇ ਬਜ਼ੁਰਗਾਂ ਨੇ ਸੈਕਰੀਫਾਈਸ ਕੀਤੀ ਸੀ। ਸੋ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਆਪਾਂ ਆਪਣੀਆਂ ਕਦਰਾਂ ਕੀਮਤਾਂ ਨੂੰ ਨਾ ਭੁੱਲੀਏ, ਉਹਨਾਂ ਦੇ ਤਹਿਤ ਹੀ ਸਕਸੈਸ ਮਿਲਦੀ ਹੈ। ਸਰ, ਇਹ ਜਿਹੜੀ ਤੁਸੀਂ ਫੈਸਿਲਿਟੀ ਦੀ ਗੱਲ ਕੀਤੀ ਹੈ, ਜਿਹੜੀ ਗੌਰਮੈਂਟ ਨੇ ਸ਼ੁਰੂ ਕੀਤੀ ਹੈ, ਕਿਸ ਤਰੀਕੇ ਨਾਲ ਆਮ ਜਿਹੜਾ ਵਿਅਕਤੀ ਆ, ਆਮ ਬੰਦਾ, ਉਹ ਕਿਸ ਤਰੀਕੇ ਦਾ ਇਹਨੂੰ ਲੈ ਸਕਦਾ, ਕਿੱਥੇ ਜਾ ਕੇ ਅਪਲਾਈ ਕਰ ਸਕਦਾ? ਉਹ ਇਹਨੂੰ ਆਪਣਾ ਜਿਹੜੀ ਪੰਜਾਬ
ਗਵਰਨਮੈਂਟ ਦੀ ਘਰ ਘਰ ਰੋਜ਼ਗਾਰ ਯੋਜਨਾ ਹੈਗੀ ਆ, ਉਹਦੇ ਤਹਿਤ ਜਾ ਕੇ ਇਹ ਆਪਣਾ ਡਿਪਾਰਟਮੈਂਟ ਆਫ ਇੰਪਲੋਇਮੈਂਟ ਜਨਰੇਸ਼ਨ ਐਂਡ ਸਕਿੱਲ ਡਿਵੈਲਪਮੈਂਟ ਐਂਡ ਟ੍ਰੇਨਿੰਗ ਦੀ ਇਹ ਫੈਸਿਲਿਟੀ ਹੈਗੀ ਆ। ਇਹ ਹਾਲ ਦੀ ਘੜੀ ਇਹ ਆਨਲਾਈਨ ਹੀ ਚੱਲ ਰਿਹਾ ਕਿਉਂਕਿ ਕੋਵਿਡ ਕਾਰਨ ਰਿਸਟ੍ਰਿਕਸ਼ਨਸ ਨੇ। ਇਹਨਾਂ ਦਾ ਜਿਹੜਾ ਆਫਿਸ ਹੈਗਾ ਉਹ ਪੰਜਾਬ ਮੰਡੀ ਬੋਰਡ ਦੀ ਜਿਹੜੀ ਬਿਲਡਿੰਗ ਮੁਹਾਲੀ 'ਚ ਉਹਦੇ ਵਿੱਚ ਹੈਗਾ, ਅਤੇ ਉੱਥੇ ਪ੍ਰੋਫੈਸਰ ਰਜੇਸ਼ ਸ਼ਰਮਾ ਹੈਗੇ ਨੇ, ਮੇਰਾ ਖਿਆਲ ਉਹਨਾਂ ਦਾ ਨਾਂ ਜੇ ਮੈਂ ਭੁੱਲ ਨਹੀਂ ਰਿਹਾ, ਅਤੇ ਉਹ ਉਹਨਾਂ ਦੇ ਨਾਲ ਰਾਬਤਾ ਕੀਤਾ ਜਾ ਸਕਦਾ। ਇੱਕ ਸਵਾਲ ਹੋ ਰਿਹਾ, ਜਿਹੜਾ ਮੀਡੀਆ ਉਹ ਤੁਹਾਨੂੰ ਲੱਗਦਾ ਵੀ ਕਿਹੋ ਜਿਹਾ ਰੋਲ ਇਹਦੇ ਉੱਤੇ ਅਦਾ ਕਰਦਾ? ਕਿਉਂਕਿ ਅਸੀਂ ਹਮੇਸ਼ਾ ਹੀ ਐਡ ਦੇਖਦੇ ਹਾਂ ਨਿਊਜ਼ਪੇਪਰਾਂ 'ਚ ਜਾਂ ਟੀਵੀਆਂ 'ਤੇ ਅੱਜ ਕੱਲ੍ਹ ਚੱਲਦੀ ਨਜ਼ਰ ਆਉਂਦੀ ਆ ਕਿ ਇੰਨੇ ਬੈਂਡ ਵਾਲੀ ਲੜਕੀ ਲਈ ਇੰਨੇ ਲੱਖ ਰੁਪਏ ਵਾਲੇ ਮੁੰਡੇ ਦੀ ਲੋੜ ਹੈ, ਸ਼ਰੇਆਮ ਜਿਹੜਾ ਉਹ ਸੌਦੇ ਦੀ ਗੱਲ ਕਰਦੇ ਆ, ਅਤੇ ਮੀਡੀਆ ਦਾ ਰੋਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਆਪਾਂ ਕਿਸੇ ਦੇ ਉੱਤੇ ਕੋਈ ਜਜਮੈਂਟ ਨਹੀਂ ਪ੍ਰਨਾਊਂਸ ਕਰਨੀ। ਆਪਾਂ ਨੇ ਜਿਹੜਾ ਵੀ ਚੀਜ਼ ਹੁੰਦੀ ਆ ਉਹਦੇ ਪਿੱਛੇ ਕੋਈ ਕਾਰਨ ਹੁੰਦੇ ਨੇ। ਜੇ ਸੁਸਾਇਟੀ ਦੇ ਵਿੱਚ ਇਹ ਚੀਜ਼ ਦੀ ਡਿਮਾਂਡ ਹੈਗੀ ਆ ਤਾਂ ਹੀ ਉਹ ਮੀਡੀਆ ਵਿੱਚ ਉੱਭਰ ਕੇ ਸਾਹਮਣੇ ਆ ਰਹੀ ਆ। ਸੋ ਮੈਂ ਤਾਂ ਕਹੂੰਗਾ ਕਿ ਪਹਿਲਾਂ ਆਪਣੀ ਪੀੜ੍ਹੀ ਦੇ ਥੱਲੇ ਆਪਾਂ ਸੋਟਾ ਮਾਰੀਏ, ਆਪਾਂ ਦੇਖੀਏ ਵੀ ਆਪਾਂ ਕਿੱਥੇ ਖੜ੍ਹੇ ਹਾਂ। ਸੋ ਆਪਾਂ ਕਿਸੇ ਨੂੰ ਬਲੇਮ ਕਰਕੇ ਉਹਦੇ ਨਾਲ ਕੋਈ ਸਮੱਸਿਆ ਦਾ ਹੱਲ ਨਹੀਂ ਹੁੰਦਾ, ਅਤੇ ਆਪਾਂ ਨੂੰ ਆਪਣੇ ਉੱਤੇ ਇੰਪਰੂਵ ਕਰਨਾ ਚਾਹੀਦਾ। ਕੱਲ੍ਹ ਨੂੰ ਸਪੋਜ਼ ਕਰੋ ਇਹ ਇੰਨੇ ਬੈਂਡ ਵਾਲੀ ਲੜਕੀ ਇੰਨੇ 'ਚ ਇਹ ਜੇ ਆਪਾਂ ਹੀ ਇਸ ਪੱਖੋਂ ਹਟ ਜਾਂਗੇ, ਆਪਾਂ ਆਪਣੇ ਆਪ 'ਚ ਕਾਬਲੀਅਤ ਹਾਸਲ ਕਰਾਂਗੇ। ਔਰ ਇੱਥੇ ਮੈਂ ਤੁਹਾਡੇ ਨਾਲ ਥੋੜ੍ਹਾ ਇਹ ਵੀ ਸਾਂਝਾ ਕਰਨਾ ਚਾਹਾਂਗਾ ਕਿ ਕਿਉਂਕਿ ਇਹ ਬਾਹਰ ਜਾ ਕੇ ਵੀ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਉੱਥੇ ਕੋਈ ਤੁਹਾਡੇ ਲਈ ਸਾਰੀਆਂ ਚੀਜ਼ਾਂ ਫਰੀਲੀ ਅਵੇਲੇਬਲ ਨੇ। ਉੱਥੇ ਵੀ ਜਾ ਕੇ ਤੁਹਾਨੂੰ ਕੰਮ ਤਾਂ ਆਪਦਾ ਆਪ ਹੀ ਕਰਨਾ ਪੈਣਾ। ਸੋ ਕਿਸੇ ਦੇ ਸਹਾਰੇ ਜਦੋਂ ਤੁਸੀਂ ਕੋਠੇ ਚੜ੍ਹਦੇ ਹੋ, ਕੱਲ੍ਹ ਨੂੰ ਅਗਲਾ ਉਹ ਪੌੜੀ ਚੱਕ ਦੇਵੇ, ਤੁਸੀਂ ਤਾਂ ਗਏ। ਸੋ ਇਸ ਕਰਕੇ ਹਮੇਸ਼ਾ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਦਾ ਸਿਰ ਆਪ ਹੀ ਗੁੰਦਣਾ ਚਾਹੀਦਾ, ਕਿਸੇ ਦੇ ਉੱਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ। ਇਹੀ ਆਪਣੀ ਪੰਜਾਬੀਆਂ ਦੀ ਇੱਕ ਉਹ ਸੀਗੀ, ਜਿੱਥੇ ਵੀ ਆਪਾਂ ਗਏ ਆਪਾਂ ਨੇ ਆਪ ਦਾ ਕੰਮ ਆਪ ਕੀਤਾ ਅਤੇ ਆਪਣੇ ਆਪ ਆਪਣੇ ਪੈਰਾਂ 'ਤੇ ਖੜ੍ਹੇ ਹੋਏ। ਆਪਾਂ ਕਿਸੇ ਦਾ ਸਹਾਰਾ ਭਾਲ ਕੇ ਨਹੀਂ ਚੱਲੇ। ਅਤੇ ਇਹ ਤਾਂ ਜਿਹੜਾ ਸਹਾਰਾ ਭਾਲ ਕੇ ਚੱਲਣ ਦੀ ਇੱਕ ਪ੍ਰਵਿਰਤੀ ਆਪਣੇ ਵਿੱਚ ਆ ਗਈ ਆ ਕਿ ਕੋਈ ਮੈਨੂੰ ਕਰ ਦੇਵੇ ਅਤੇ ਮੈਂ ਮੌਜਾਂ ਕਰਾਂ ਕਿਸੇ ਦੇ ਸਿਰ ਦੇ ਉੱਤੇ, ਇਹ ਗਲਤ ਇੱਕ ਆ ਗਈ ਹੈ। ਅੱਛਾ, ਜਿਵੇਂ ਕੋਈ ਧੋਖਾ ਕਰਕੇ ਬਾਹਰ ਵੀ ਗਿਆ, ਜੇ ਡਿਵੋਰਟ ਵੀ ਹੋ ਜਾਂਦਾ, ਇੱਧਰ ਆ ਜਾਂਦਾ, ਤਾਂ ਉਹ ਇਕੱਲਾ ਸਜ਼ਾ ਦਾ ਹੱਕਦਾਰ ਹੋਊਗਾ ਜਾਂ ਫਿਰ ਉਹਦੇ ਮਾਂ ਪਿਓ ਵੀ, ਕਿਉਂਕਿ ਹਿੱਸੇਦਾਰ ਤਾਂ ਉਹ ਵੀ ਸੀ ਨਾ ਜਾਂ ਗੁਨਾਹ ਹੋਇਆ? ਦੇਖੋ, ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਲੀਗਲੀ ਆਪਾਂ ਐਗਜ਼ਾਮਿਨ ਕਰਾਂਗੇ। ਆਪਾਂ ਹੁਣੀ ਕੋਈ ਕਿਸੇ 'ਤੇ ਜਜਮੈਂਟ ਪ੍ਰਨਾਊਂਸ ਕਰ, ਔਰ ਜਜਮੈਂਟ ਪ੍ਰਨਾਊਂਸ ਕਰਨਾ ਪੁਲਿਸ ਦਾ ਕੰਮ ਨਹੀਂ ਹੁੰਦਾ, ਇਹ ਲੀਗਲ ਪ੍ਰੋਸੈਸਿਸ ਹੁੰਦੀਆਂ ਨੇ। ਜੁਡੀਸ਼ਰੀ ਦੇ ਵਿੱਚ ਸਾਰੇ ਕੇਸ ਜਾਂਦੇ ਨੇ, ਉਹਨਾਂ ਨੇ ਸਾਰੇ ਐਵੀਡੈਂਸ ਨੂੰ, ਪੁਲਿਸ ਦਾ ਕੰਮ ਤਾਂ ਸਿਰਫ ਐਵੀਡੈਂਸ ਇਕੱਠਾ ਕਰਕੇ ਉਹਨਾਂ ਦੇ ਅੱਗੇ ਪੇਸ਼ ਕਰਨਾ ਹੁੰਦਾ, ਔਰ ਉਹ ਐਵੀਡੈਂਸ ਨੂੰ ਇੱਕ ਜ਼ਾਬਤੇ ਦੇ ਮੁਤਾਬਕ ਇਵੈਲੂਏਟ ਕੀਤਾ ਜਾਂਦਾ। ਉਹ ਜ਼ਾਬਤੇ ਦੇ ਮੁਤਾਬਕ ਇਵੈਲੂਏਟ ਕਰਕੇ ਜਿਹਦਾ ਜਿੰਨਾ ਰੋਲ ਬਣਦਾ ਉਹਦੇ ਮੁਤਾਬਕ ਕੋਰਟ ਨੇ ਡਿਸਾਈਡ ਕਰਨਾ ਵੀ ਇਹ ਇੰਨੀ ਸਜ਼ਾ ਦਾ ਭਾਗੀ ਹੈਗਾ। ਅੱਛਾ, ਇੱਕ ਹੋਰ ਸਵਾਲ ਸਰ, ਕਿ ਮਾਂ-ਬਾਪ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਆਪਾਂ ਇੱਥੇ ਪੰਜਾਬ 'ਚ ਜੇ ਰਹਿੰਦੇ ਹੋਈਏ ਤਾਂ ਅਸੀਂ ਕਿਸੇ ਨਾਲ ਜਾਤ ਪਾਤ ਨੂੰ ਲੈ ਕੇ ਜਾਂ ਉੱਚ ਨੀਚ ਨੂੰ ਲੈ ਕੇ ਰਿਸ਼ਤਾ ਤੱਕ ਵੀ ਨਹੀਂ ਕਰਦੇ, ਪਰ ਵਿਦੇਸ਼ ਜਾਣ ਦੇ ਲਾਲਚ 'ਚ ਅਸੀਂ ਇਹ ਨਹੀਂ ਦੇਖਦੇ ਮੁੰਡਾ ਕਿਹੋ ਜਿਹਾ ਜਾਂ ਕੁੜੀ ਕਿਹੋ ਜਿਹੀ, ਇੱਕਦਮ ਰਿਸ਼ਤਾ ਕਰ ਦਿੰਦੇ। ਮਾਂ-ਬਾਪ ਨੂੰ ਕਿਸ ਤਰ੍ਹਾਂ ਦੇਖਦੇ ਹੋ, ਉਹਨਾਂ ਰੋਲ ਕਿਸ ਤਰ੍ਹਾਂ ਦੇਖਦੇ ਹੋ? ਮਾਂ-ਬਾਪ ਦਾ ਰੋਲ ਤਾਂ ਦੇਖੋ, ਕੋਈ ਵੀ ਮਾਂ-ਬਾਪ ਜਿਹੜਾ ਹੈਗਾ ਉਹ ਆਪਣੇ ਬੱਚੇ ਦੀ ਤਰੱਕੀ ਭਾਲਦਾ ਹੈਗਾ। ਔਰ ਆਪਣੀ ਜਿਹੜੀ ਪਿਛਲੀ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਸ਼ਾਇਦ ਹਜੇ ਬਾਹਰ ਦਾ ਇੰਨਾ ਇਲਮ ਵੀ ਨਹੀਂ ਹੈਗਾ, ਬਾਹਰ ਦਾ ਸਿਸਟਮ ਦਾ ਵੀ ਨਹੀਂ ਪਤਾ ਹੈਗਾ ਬਾਹਰ ਦਾ। ਅਤੇ ਜੇ ਉਹਨਾਂ ਨੂੰ ਬੱਚੇ ਕਹਿੰਦੇ ਨੇ ਕਿ ਮੈਂ ਬਾਹਰ ਪੜ੍ਹ ਕੇ ਜਾਂ ਮੈਂ ਬਾਹਰ ਜਾ ਕੇ ਅਮੀਰ ਹੋ ਜਾਵਾਂਗਾ ਅਤੇ ਆਪਣੇ ਸਾਰੇ ਦੁੱਖ ਮੈਂ ਦੂਰ ਕਰ ਦਾਂਗਾ, ਅਤੇ ਉਹ ਕਈ ਵਾਰੀ ਮਾਂ-ਬਾਪ ਉਸ ਬਹਿਕਾਵੇ 'ਚ ਆ ਕੇ ਬੱਚੇ ਨੂੰ ਇਨਕਰੇਜ ਕਰਦੇ ਨੇ ਵੀ ਤੂੰ ਬਾਹਰ ਜਾ, ਆਪਣੀ ਜ਼ਮੀਨ ਵੇਚਦੇ ਨੇ, ਜ਼ਮੀਨ ਵੇਚ ਕੇ ਬਾਹਰ ਪੜ੍ਹਨ ਭੇਜਦੇ ਨੇ, ਲੋਨ ਚੱਕਦੇ ਨੇ ਫਿਰ ਉਹਦੇ ਲਈ। ਪਰ ਕਿਉਂਕਿ ਇਹੀ ਇਸ ਤਰ੍ਹਾਂ ਦੀ ਧੋਖਾਧੜੀ ਨਾ ਹੋਵੇ ਤਾਂ ਹੀ ਆਪਾਂ ਨੇ ਇਹ ਪਲੇਸਮੈਂਟ ਸੈੱਲ ਖੋਲ੍ਹਿਆ ਹੈਗਾ ਕਿ ਲੋਕਾਂ ਨੂੰ ਪਤਾ ਹੋਵੇ ਵੀ ਉਹ ਕਿੱਥੇ ਜਾ ਰਹੇ ਨੇ, ਕੀ ਕਰਦੇ ਨੇ, ਅੱਗੇ ਉਹਦੇ ਕੀ ਨਤੀਜੇ ਹੋਣਗੇ। ਕੀ ਕਹਿਣਾ ਚਾਹੁੰਦਾ ਸਰ ਜਾਂਦੇ ਸਾਡੇ ਜਿਹੜੇ NRIs ਇਸ ਸਮੇਂ ਸਾਨੂੰ ਦੇਖ ਰਹੇ ਆ ਪੂਰੇ ਹਰ ਕੰਟਰੀ ਦੇ ਵਿੱਚ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਤੇ ਇੱਥੇ ਦੇ ਲੋਕਾਂ ਨੂੰ ਖਾਸ ਕਰਕੇ ਜਿਹੜੇ ਇਸ ਤਰ੍ਹਾਂ ਧੋਖਾਧੜੀ 'ਚ ਫਸ ਰਹੇ ਨੇ, ਸ਼ਿਕਾਰ ਹੋ ਰਹੇ? ਦੇਖੋ, ਜਿੱਥੇ ਤਾਈਂ ਆਪਣੇ ਬਾਹਰ ਦੇ NRIs ਦਾ ਸਵਾਲ ਹੈਗਾ, ਆਪਾਂ ਨੂੰ ਉਹਨਾਂ ਦੇ ਉੱਤੇ ਬਹੁਤ ਮਾਣ ਹੈਗਾ ਕਿਉਂਕਿ ਉਹਨਾਂ ਨੇ ਉੱਥੇ ਜਾ ਕੇ ਆਪਣੇ ਦੇਸ਼ ਦੇ ਝੰਡੇ ਕੱਢੇ ਹੈਗੇ ਨੇ, ਉੱਥੇ ਜਾ ਕੇ ਪ੍ਰਾਪਤੀਆਂ ਕੀਤੀਆਂ ਨੇ, ਉੱਥੇ ਜਾ ਕੇ ਉਹ ਕਿਸੇ ਵੀ ਫੀਲਡ 'ਚ ਲੈ ਲਓ,
ਭਾਵੇਂ ਉਹ ਪੋਲੀਟਿਕਸ ਦਾ ਹੈਗਾ, ਗਵਰਨਮੈਂਟ ਦਾ ਹੈਗਾ, ਉਹ ਬਹੁਤ ਅੱਗੇ ਵਧੇ ਨੇ ਔਰ ਆਪਣੀ ਇੱਕ ਕਲਚਰ ਨੂੰ, ਆਪਣੀ ਭਾਸ਼ਾ ਨੂੰ ਉਹਨਾਂ ਨੇ ਬਾਹਰਲੇ ਮੁਲਕਾਂ 'ਚ ਵਸਾਇਆ। ਉਹ ਮੁਬਾਰਕ ਦੇ ਪਾਤਰ ਹੈਗੇ ਨੇ। ਔਰ ਇੱਥੋਂ ਦੇ ਲੋਕਾਂ ਨੂੰ ਜਿਹੜੇ NRI ਹੋਣਾ ਚਾਹੁੰਦੇ ਨੇ, ਮੈਂ ਇਹੀ ਕਹਾਂਗਾ ਕਿ ਤੁਸੀਂ ਇੱਕ ਕਾਇਦੇ ਦੇ ਮੁਤਾਬਕ, ਤਾਂ ਕਿ ਜਦੋਂ ਤੁਸੀਂ ਉੱਥੇ ਜਾਓ, ਉੱਥੇ ਜਾ ਕੇ ਇਹ ਨਾ ਹੋਵੇ ਵੀ ਤੁਸੀਂ ਕਿਸੇ ਕੰਮ ਦੇ ਲਾਇਕ ਨਾ ਹੋਵੋ, ਫਿਰ ਤੁਸੀਂ ਕ੍ਰਾਈਮ ਦੀ ਦੁਨੀਆ 'ਚ ਫਸ ਜਾਓ ਔਰ ਕ੍ਰਾਈਮ ਦੀ ਦੁਨੀਆ 'ਚ ਫਸ ਦੇ ਕਾਰਨ ਆਪਣੀ ਸਾਰੇ ਪੰਜਾਬੀਆਂ ਦੀ ਉੱਥੇ ਇੱਕ ਉਹ ਹੋਵੇ, ਬੇਇੱਜ਼ਤੀ ਹੋਵੇ ਵੀ ਇਹ ਜਿਹੜੇ ਪੰਜਾਬੀ ਨੇ ਕ੍ਰਿਮੀਨਲ ਨੇ, ਇਹ ਡਰੱਗ ਟ੍ਰੇਡ 'ਚ ਇਨਵੋਲਵ ਨੇ, ਇਹਨਾਂ ਦੀਆਂ ਗੈਂਗਸ ਬਣੀਆਂ ਹੋਈਆਂ ਨੇ। ਸੋ ਆਪਾਂ ਉਹ ਨਾ ਕਰੀਏ। ਆਪਾਂ ਜੋ ਪਹਿਲੀ ਆਪਣੀ ਇੱਕ ਜਨਰੇਸ਼ਨ ਨੇ ਕੀਤਾ, 2 ਜਨਰੇਸ਼ਨ ਨੇ ਕੀਤਾ, ਉਹਨੂੰ ਆਪਾਂ ਕੈਰੀ ਫਾਰਵਰਡ ਕਰੀਏ। ਥੈਂਕ ਯੂ ਵੈਰੀ ਮਚ। ਤੁਸੀਂ ਬੜਾ ਜਿਹੜਾ ਕੀਮਤੀ ਸਮੇਂ ਦਿੱਤਾ ਤੇ ਕੁਝ ਮੁੱਢਲੀਆਂ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਨੇ NRI ਵਿੰਗ ਨੂੰ ਲੈ ਕੇ ਵੀ ਤੇ ਰੁਜ਼ਗਾਰ ਨੂੰ ਲੈ ਕੇ ਵੀ, ਕਿਸ ਤਰ੍ਹਾਂ ਸਟੂਡੈਂਟ ਜਾਂਦੇ। ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਜਸਪ੍ਰੀਤ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ADGP ਪੰਜਾਬ ਮਿਸਟਰ AS ਰਾਏ ਸਾਹਿਬ, ਜਿਨ੍ਹਾਂ ਨੇ ਖੂਬੀ ਜਾਣਕਾਰੀ ਦਿੱਤੀ NRI ਵਿੰਗ ਨੂੰ ਲੈ ਕੇ। ਬਹੁਤ ਸਾਰੇ ਲੋਕਾਂ ਅੰਦਰ ਇਹ ਭੁਲੇਖਾ ਸੀਗਾ, ਪਰ ਜਿਵੇਂ ਇਹਨਾਂ ਨੇ ਦੱਸਿਆ ਕਿ ਕੇਵਲ NRI ਨਹੀਂ, ਇੱਥੇ ਦੇ ਲੋਕਲ ਲੋਕ ਜਿਨ੍ਹਾਂ ਨਾਲ NRI ਮਸਲੇ ਨੇ ਉਹ ਵੀ ਇੱਥੇ ਆ ਸਕਦੇ ਨੇ, ਈਮੇਲ ਕਰ ਸਕਦੇ ਨੇ ਕੇਵਲ, ਤੇ ਜਿਹੜੀ ਆਪਣੀ ਐਪਲੀਕੇਸ਼ਨ ਉਹ ਦਾਇਰ ਕਰ ਸਕਦੇ ਆ। ਤੇ ਇਹਨਾਂ ਨੇ ਬਾਹਰ ਜਾਣ ਦੇ, ਜਿਵੇਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ ਜਾਂ ਹੋਰ ਜਿਹੜੇ ਰੁਜ਼ਗਾਰ ਯੋਜਨਾ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਕੇ ਕਿਹੜੇ ਕਾਲਜ ਤੁਸੀਂ ਪੜ੍ਹਨਾ, ਕਿੱਥੇ ਕੰਮ ਕਰਨਾ, ਉਹਦੇ ਵਾਸਤੇ ਵੀ ਜਿਹੜੇ ਇੱਕ ਥਾਂ ਬਣਾ ਦਿੱਤੀ ਹੈ। ਉਸ ਦੇ ਜ਼ਰੀਏ ਹੀ ਸਾਨੂੰ ਕੰਮ ਕਰਨਾ ਚਾਹੀਦਾ ਤਾਂ ਕਿ ਸੁਰੱਖਿਅਤ ਹੱਥ ਜਾਈਏ, ਨਾ ਕਿ ਅਸੀਂ ਗਲਤ ਹੱਥਾਂ 'ਚ ਜਾ ਕੇ ਫਸੀਏ ਜਾਂ ਫਿਰ ਧੋਖਾਧੜੀ ਦਾ ਸ਼ਿਕਾਰ ਹੋਈਏ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇੰਟਰਵਿਊ ਪਸੰਦ ਆਈ ਹੋਵੇਗੀ। ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦਿਓ ਇਜਾਜ਼ਤ। ਧੰਨਵਾਦ।